एवरीवन गिल्ज मिंटोर ਦੇ ऑफिशियली यूट्यूब चैनल ਤੇ ਮੈਂ ਤੁਹਾਡਾ ਸਭ ਦਾ ਵੈਲਕਮ ਕਰ ਰਿਹਾ ਔਰ ਉਮੀਦ ਕਰ ਰਿਹਾ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ। ਅੱਜ ਦਾ ਸੈਸ਼ਨ ਬਹੁਤ ਹੀ ਖੂਬਸੂਰਤ ਹੋਏਗਾ, ਬਹੁਤ ਹੀ ਇੰਪੋਰਟੈਂਟ ਹੋਏਗਾ। ਅੱਜ ਅਸੀਂ ਕਰਨ ਜਾ ਰਹੇ ਹਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕਲੈਰੀਕਲ ਐਗਜ਼ਾਮ ਦੇ ਸੰਬੰਧ ਦੇ ਵਿੱਚ ਜੋ ਇੱਕ ਬਹੁਤ ਇੰਪੋਰਟੈਂਟ ਟੌਪਿਕ ਆਏਗਾ ਉਹ ਹੈਗਾ ਮੋਡ, ਮੀਨ, ਮੀਡੀਅਨ। ਇਹਨਾਂ ਦੇ ਸੰਬੰਧ ਵਿੱਚ ਜੋ ਕੁਐਸਚਨਸ ਨੇ ਸਟੈਟਿਸਟਿਕਸ ਪਾਰਟ ਹੈ ਉਸ ਨੂੰ ਅੱਜ ਆਪਾਂ ਕਰਾਂਗੇ। ਰਾਈਟ, ਮੈਂ ਤੁਹਾਨੂੰ ਬੈਸਟ ਤਰੀਕਾ ਦੱਸਾਂਗਾ ਕਿ ਕਿੱਦਾਂ ਤੁਸੀਂ ਕਰ ਸਕਦੇ ਹੋ, ਕੀ ਬੈਸਟ ਅਪਰੋਚ ਹੋ ਸਕਦੀ ਹੈ ਔਰ ਇਹਨਾਂ ਤੇ ਕਿਵੇਂ ਦੇ ਕੁਐਸਚਨਸ ਆ ਸਕਦੇ ਨੇ। ਰਾਈਟ, ਅੱਜ ਦੇ ਸੈਸ਼ਨ 'ਚ ਆਪਾਂ ਇਹੀ ਡਿਸਕਸ ਕਰਾਂਗੇ। ਇਹਦੀ ਮੈਂ ਦੋ ਪਾਰਟ ਬਣਾਵਾਂਗਾ। ਅੱਜ ਦਾ ਫਸਟ ਪਾਰਟ ਹੋਏਗਾ ਕਿ ਈਜੀ ਕਨਸੈਪਟ ਕੀ ਹੈ, ਆਪਾਂ ਸਮਝਾਂਗੇ ਕਿ ਕਿੱਦਾਂ ਦੇ ਸਵਾਲ ਪੁੱਛੇ ਜਾ ਸਕਦੇ ਨੇ, ਕੀ ਇੰਪੋਰਟੈਂਟ ਸਵਾਲ ਹੋ ਸਕਦੇ ਨੇ। ਔਰ ਇਸ ਤੋਂ ਦੂਜੇ ਪਾਰਟ 'ਚ ਬਣਾਵਾਂਗੇ ਕਿ ਆਪਾਂ ਮੈਂ ਕੰਪਲੀਟ ਤੁਹਾਨੂੰ ਗ੍ਰਾਫ ਵਗੈਰਾ ਬਣਾਉਣਾ ਦੱਸਾਂਗਾ ਕਿ ਕਿੱਦਾਂ ਦੇ ਸਵਾਲ ਅਗਰ ਫਰੇਮ ਹੁੰਦੇ ਆ ਤਾਂ ਤੁਸੀਂ ਕਿਵੇਂ ਕਰ ਸਕਦੇ ਹੋ। ਰਾਈਟ, ਜੇ ਤੁਸੀਂ ਚਾਹੁੰਦੇ ਤੁਹਾਡੇ ਤੱਕ ਸਰਕਾਰੀ ਅਸਾਮੀਆਂ, ਲੇਟੈਸਟ ਜਾਣਕਾਰੀ, ਪੇਪਰ ਦੇ ਸੰਬੰਧ ਆਉਣ ਵਾਲੀਆਂ ਅਸਾਮੀਆਂ ਅਤੇ ਨਾਲ ਹੀ ਫ੍ਰੀ ਆਫ ਕੋਸਟ ਕਲਾਸਿਸ ਦੇ ਨੋਟੀਫਿਕੇਸ਼ਨ ਤੁਹਾਡੇ ਕੋਲੇ ਟਾਈਮ ਟੂ ਟਾਈਮ ਪਹੁੰਚਦੇ ਰਹਿਣ ਔਰ ਤੁਸੀਂ ਘਰ ਬੈਠੇ ਅੱਛੇ ਲੈਵਲ ਦੀ ਤਿਆਰੀ ਕਰ ਸਕੋ ਤਾਂ ਇਸ ਚੈਨਲ ਨੂੰ ਅੱਜ ਹੀ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ। ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਸਾਡੀ ਇੰਸਟਾਗ੍ਰਾਮ, ਟੈਲੀਗ੍ਰਾਮ, WhatsApp ਗਰੁੱਪ ਤੇ ਕਲਿੱਕ ਕਰਕੇ ਤੁਸੀਂ ਜੁੜ ਸਕਦੇ ਹੋ ਜਿੱਥੇ ਤੁਹਾਨੂੰ ਇੰਪੋਰਟੈਂਟ ਅਪਡੇਟਸ ਔਰ ਮੈਗਜ਼ੀਨ ਸਭ ਤੋਂ ਪਹਿਲਾਂ ਸ਼ੇਅਰ ਕੀਤੇ ਜਾਂਦੇ ਨੇ। मैं ਤੁਹਾਨੂੰ ਲੈ ਕੇ ਚੱਲਦਾ ਅੱਜ ਦੇ ਲਾਈਵ ਸੈਸ਼ਨ 'ਚ, ਤਾਂ ਇੱਕ ਵਾਰ ਪਲੀਜ਼ ਸਾਰੇ ਸਟੂਡੈਂਟਸ ਸ਼ੇਅਰ ਕਰ ਦਿਓ। ਔਰ ਇਹ ਵੀ ਦੱਸ ਦੇਣਾ ਚਾਹੁੰਦਾ ਹੈ ਕਿ PSPCL ਦੇ ਸੰਬੰਧ 'ਚ ਅਤੇ ਨਾਲ ਹੀ ਜਿਨ੍ਹਾਂ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਟੈਸਟ ਦੇਣਾ ਆ ਉਹਨਾਂ ਲਈ ਮੌਕ ਟੈਸਟ ਸੀਰੀਜ਼ ਸਾਡੀ ਅਵੇਲੇਬਲ ਹੈ। ਤੁਸੀਂ ਡਿਸਕ੍ਰਿਪਸ਼ਨ ਬਾਕਸ 'ਚ ਤੁਹਾਨੂੰ ਲਿੰਕ ਦੇ ਦਿੱਤਾ ਹੈ ਸਾਡੀ ਆਫੀਸ਼ੀਅਲੀ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਆਪਣਾ ਪਲਾਨ ਸਬਸਕ੍ਰਾਈਬ ਕਰ ਸਕਦੇ ਹੋ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਗਰ ਮਾਰਕੀਟ ਦੇ ਅੰਦਰ ਅਸੀਂ ਇੱਕ ਬੁੱਕ ਲੈਣ ਜਾਂਦੇ ਹਾਂ ਤਾਂ ਮੈਕਸੀਮਮ ਟੂ ਮੈਕਸੀਮਮ ਮੈਂ ਕਹਿ ਸਕਦਾ ਕਿ ਤੁਹਾਨੂੰ ਲਗਭਗ ਜ਼ਿਆਦਾ ਨਹੀਂ ਤਾਂ ਤੁਸੀਂ ਐਵਰੇਜ ਲਾ ਲਓ ਕਿ 200 ਦੀ ਬੁੱਕ ਪੈ ਰਹੀ ਹੈ। ਤੁਸੀਂ ਉੱਥੋਂ ਮੈਥ ਦੀ ਬੁੱਕ ਲੈ ਕੇ ਆਓਗੇ, ਫਿਰ ਰੀਜਨਿੰਗ ਦੀ ਲੈ ਕੇ ਆਓਗੇ, ਇਹ ਕੰਪਲੀਟ ਬੁੱਕਸ ਲਿਆ ਕੇ ਤੁਸੀਂ ਸਟੱਡੀ ਕਰਦੇ ਹੋ। ਲੇਕਿਨ ਇੱਥੇ ਤੁਹਾਨੂੰ ਬਹੁਤ ਹੀ ਲੋਐਸਟ ਪ੍ਰਾਈਸ ਦੇ ਅੰਦਰ ਮੈਕਸੀਮਮ ਟੂ ਮੈਕਸੀਮਮ ਮਟੀਰੀਅਲ ਅਵੇਲੇਬਲ ਕਰਵਾਇਆ ਜਾ ਰਿਹਾ ਹੈ। ਔਰ ਇਹਦੇ ਨਾਲ ਤੁਹਾਨੂੰ ਗਿਲਜ ਮਿੰਟੋਰ ਇਹ ਹਮੇਸ਼ਾ ਸਾਡੀ ਫੈਕਲਟੀ ਕਹੇਗੀ ਕਿ ਤੁਸੀਂ ਤੁਹਾਡੀ ਐਡੀਸ਼ਨਲ ਸਟੱਡੀ ਵੀ ਕਰ ਸਕਦੇ ਹੋ, ਐਕਸਟਰਾ ਕਰਨਾ ਚਾਹੁੰਦੇ ਤਾਂ ਕਰ ਸਕਦੇ ਹੋ। ਰਾਈਟ, ਸਾਡਾ ਇੱਕ ਬੈਸਟ ਪ੍ਰਯਾਸ ਹੈ ਕਿ ਅਸੀਂ ਤੁਹਾਨੂੰ ਇੱਕ ਬੈਸਟ ਪਲੇਟਫਾਰਮ ਦਿੱਤਾ ਹੈ ਜਿੱਥੋਂ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ। ਅਸੀਂ ਇਸ ਨੂੰ ਹੋਰ ਅੱਗੇ ਕਰਨਾ ਹੈ। ਤੁਸੀਂ ਤੁਹਾਡੇ ਜਿੰਨੇ ਵੀ ਸੁਝਾਅ ਸਜੈਸ਼ਨਸ ਹੋਣ ਪਲੀਜ਼ ਜਰੂਰ ਕਮੈਂਟ ਬਾਕਸ 'ਚ ਲਿਖਿਆ ਕਰੋ। ਤੁਸੀਂ ਪਰਸਨਲ ਮੈਸੇजेस ਕਰਕੇ ਦੇ ਸਕਦੇ ਹੋ, ਇੰਸਟਾਗ੍ਰਾਮ ਤੇ ਤੁਸੀਂ ਪਲੀਜ਼ ਦੱਸ ਸਕਦੇ ਹੋ, ਠੀਕ ਹੈ। ਔਰ ਤੁਹਾਡੇ ਸੁਝਾਅ, ਤੁਹਾਡੀ ਸੰਤੁਸ਼ਟੀ ਹੀ ਸਾਡਾ ਸਰਵ ਧਰਮ ਹੈ। ਤਾਂ ਅੱਜ ਦਾ ਆਪਾਂ ਸੈਸ਼ਨ ਸ਼ੁਰੂ ਕਰਦੇ ਹਾਂ, ਤਾਂ ਪਲੀਜ਼ ਸ਼ੇਅਰ ਕਰੋ ਇੱਕ ਵਾਰੀ ਸਾਰੇ ਜਣੇ। ਚਲੋ ਜੀ ਦੋਸਤੋ, ਅੱਜ ਆਪਾਂ 3 ਟੌਪਿਕ ਕਰਾਂਗੇ ਔਰ ਮੈਂ ਤੁਹਾਨੂੰ ਸਮਝਾਵਾਂਗਾ, ਪਹਿਲਾਂ ਦੱਸਾਂਗਾ ਵੀ ਮੀਨ ਦੇ ਸਵਾਲ ਕਿੱਦਾਂ ਦੇ ਨੇ। ਹਾਲਾਂਕਿ ਪਿਛਲੇ ਸਾਲ ਦਾ ਪੇਪਰ ਐਜ਼ ਯੂਜੂਅਲ ਸਾਰੇ ਬੱਚਿਆਂ ਨੇ ਦੇਖਿਆ ਹੋਇਆ, ਬਟ ਫਿਰ ਵੀ ਜੇ ਤੁਸੀਂ ਪੇਪਰ ਨਹੀਂ ਦੇਖਿਆ ਤਾਂ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਇਹ ਪ੍ਰੀਵੀਅਸ ਈਅਰ ਪੇਪਰ ਸੈੱਟ ਵੀ ਡਿਸਕਸ ਕਰਾਂਗੇ। ਲੇਕਿਨ ਇੱਕ ਬੈਸਟ ਅਪਰੋਚ ਕੀ ਹੋ ਸਕਦੀ ਹੈ? ਸਭ ਤੋਂ ਪਹਿਲਾਂ ਤਾਂ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੋ ਨੈਗੇਟਿਵ ਚੀਜ਼ ਬਾਹਰ ਨਿਕਲ ਕੇ ਆ ਰਹੀ ਹੈ, ਨੈਗੇਟਿਵ ਚੀਜ਼ ਇਹ ਹੈ ਕਿ ਜੋ ਪੇਪਰ ਦੀ ਅਫਵਾਹ 12 ਤਰੀਕ ਸੀਗੀ, ਇਹਨੂੰ ਯਕੀਨੀ ਤੌਰ ਤੇ ਜੋ ਪੁੱਛਿਆ ਗਿਆ ਉਹਨਾਂ ਨੇ ਹਾਂ ਭਰੀ ਹੈ। ਬਟ ਜਿੱਥੋਂ ਤੱਕ ਸਿਲੇਬਸ ਅਤੇ ਪੈਟਰਨ ਦੀ ਗੱਲ ਹੈ ਉਹ ਉਹਨਾਂ ਦੁਆਰਾ ਦੋ ਤਰੀਕੇ ਦੇ ਮੈਂ ਕਹਿ ਸਕਦਾ ਦੱਸੇ ਜਾ ਰਹੇ ਨੇ ਕਿ ਉਹਨਾਂ ਦਾ ਪਹਿਲਾ ਤਰੀਕਾ ਕੁਝ ਹੋਰ ਦੱਸਿਆ ਜਾ ਰਿਹਾ, ਦੂਸਰਾ ਤਰੀਕਾ ਕੁਝ ਹੋਰ ਦੱਸਿਆ ਜਾ ਰਿਹਾ। ਲੇਕਿਨ ਉਦੋਂ ਵੀ ਆਪਾਂ ਇਹੀ ਡਿਸਕਸ ਕੀਤਾ ਸੀਗਾ ਕਿ ਇਨਫੈਕਟ ਕਿ ਆਪਾਂ ਜਦ ਤੱਕ ਕਿ ਆਫੀਸ਼ੀਅਲੀ ਕੁਝ ਚੀਜ਼ ਨਹੀਂ ਆ ਜਾਂਦੀ ਬਾਹਰ ਤਦ ਤੱਕ ਆਪਾਂ ਸਟਿਲ ਵੇਟ ਕਰਾਂਗੇ। ਰਾਈਟ, ਤਦ ਤੱਕ ਆਪਾਂ ਸਟਿਲ ਵੇਟ ਕਰਾਂਗੇ ਕਿ ਕੀ ਅਪਡੇਟ ਨਿਕਲ ਕੇ ਆ ਰਹੀ ਔਰ ਕਿਵੇਂ ਦੀ ਕੋਈ ਇਨਫੋਰਮੇਸ਼ਨ ਹੈ, ਠੀਕ ਹੈ। 22 ਤਰੀਕ ਨੂੰ ਪੇਪਰ ਦੀ ਗੱਲ ਹੈ ਤਾਂ ਉਸ ਦਿਨ PSTET ਦਾ ਪੇਪਰ ਵੀ ਹੈ ਅਤੇ LIC ਮੇਨਸ ਦੇ ਐਗਜ਼ਾਮ ਵੀ ਹੈ, ਤਾਂ ਪੇਪਰ ਕਲੈਸ਼ ਵੀ ਹੋ ਰਹੇ ਆ। ਲੇਕਿਨ ਕਿਤੇ ਨਾ ਕਿਤੇ ਉਹਨਾਂ ਬੱਚਿਆਂ ਲਈ ਪ੍ਰੋਬਲਮ ਹੈ ਜਿਨ੍ਹਾਂ ਨੇ ਕਮ ਸੇ ਕਮ ਦੂਜੇ ਪੇਪਰਾਂ 'ਚ ਕਾਫੀ ਜ਼ਿਆਦਾ ਫੀਸ ਭਰੀ ਹੋਈ ਹੈ ਔਰ ਉਹਨਾਂ ਲਈ ਡਿਸੀਜਨ ਲੈਣਾ ਟਫ ਹੋ ਜਾਏਗਾ। ਲੇਕਿਨ ਇੱਕ ਅੱਛੀ ਗੱਲ ਹੈ ਉਹ ਇਹ ਸੀਗੀ ਕਿ ਕਮ ਸੇ ਕਮ ਜਿਹੜੇ ਅਦਰ ਸਟੂਡੈਂਟ ਤਿਆਰੀ ਕਰ ਰਹੇ ਜੀ ਜਾਨ ਨਾਲ, ਤਾਂ ਉਹਨਾਂ ਨੂੰ ਇਹ ਸੀਗਾ ਕਿ ਸਾਡਾ ਫਾਈਨਲੀ ਕੋਈ ਐਗਜ਼ਾਮ ਹੋਏਗਾ, ਠੀਕ ਹੈ। ਤਾਂ ਚਲੋ ਦੋਨੋਂ ਪੱਖ ਹੈ, ਲੈਟ ਆਪਣਾ ਕੰਮ ਕਰੋ ਤੁਸੀਂ, ਬਾਕੀ ਜੋ ਵੀ ਅੱਗੇ ਹੋਏਗਾ ਬੈਸਟ ਹੋਏਗਾ। ਤਾਂ ਅੱਜ ਦਾ ਸਭ ਤੋਂ ਪਹਿਲਾ ਮੇਨ ਟੌਪਿਕ ਹੋਏਗਾ, ਆਪਣਾ ਟੌਪਿਕ ਕਰਦੇ ਹਾਂ ਅੱਜ ਆਪਾਂ ਮੀਨ, ਠੀਕ ਹੈ। ਇਹ ਮੀਨ ਦਾ ਮਤਲਬ ਕੀ ਹੈ? ਮੀਨ ਉਹ ਨਹੀਂ ਜਿਹੜਾ ਪੰਜਾਬੀ 'ਚ ਕਹਿੰਦੇ ਨੇ ਬੜਾ ਮੀਨ ਬੰਦਾ ਆ, ਠੀਕ ਹੈ। ਬੇਸਿਕਲੀ ਇਹ ਮੀਨ ਸ਼ਬਦ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸਿੰਪਲ ਜਾਂ ਆਪਾਂ ਜਿਵੇਂ ਕਿ ਐਵਰੇਜ ਫਾਈਂਡ ਆਊਟ ਕਰਦੇ ਹਾਂ। ਐਵਰੇਜ ਨੂੰ ਜਿੱਦਾਂ ਆਪਾਂ ਮੈਕਸੀਮਮ ਜੋ ਹਿੰਦੀ ਸਟੂਡੈਂਟਸ ਨੇ ਔਸਤ ਕਹਿੰਦੇ ਆ, ਇਹ ਵੀ ਯਾਦ ਰੱਖਣਾ ਹੈ ਤੁਸੀਂ, ਠੀਕ ਹੈ। ਦਰਅਸਲ ਕੀ ਹੈ ਕਿ ਅਰਥਮੈਟਿਕ ਮੀਨ ਦੇ ਵਿੱਚ ਬਹੁਤ ਸਾਰੇ ਸਵਾਲ ਇਦਾਂ ਦੇ ਨੇ ਜੋ ਤੁਸੀਂ ਸਿੰਪਲ ਤਰੀਕੇ ਨਾਲ ਕਰ ਲੈਂਦੇ ਆ। ਮੀਨ ਦਾ ਬੇਸਿਕਲੀ ਮਤਲਬ ਕੀ ਹੈ? ਜੇ ਆਪਾਂ ਤਿੰਨਾਂ ਕਨਸੈਪਟ ਦਾ ਮਤਲਬ ਕਰੀਏ ਤਾਂ ਮੈਂ ਕਹਿ ਸਕਦਾ ਕਿ ਮੇਜਰਸ ਆਫ ਸੈਂਟਰਲ tendency of average in use to the variety of जिन्हें भी context ਹੁੰਦੇ ਨੇ
ਜਾਂ ਮੈਂ ਕਹਿ ਸਕਦਾ ਕਿ ਫਰੋਮ ਦਾ ਬੇਸਿਕ ਆਫ ਸਟੈਟਿਸਟਿਕਸ ਪਾਰਟ ਹੁੰਦਾ ਹੈ ਉਹਨਾਂ ਦੇ ਵਿੱਚੋਂ ਹੈ। ਤਾਂ ਸਭ ਤੋਂ ਪਹਿਲਾ ਜੋ ਮੀਨ ਹੈ, ਮੀਨ ਦਾ ਮਤਲਬ ਕੀ ਹੈ ਕਿ ਕੈਲਕੂਲੇਟ ਕਰਦਾ ਹੈ ਅਰਥਮੈਟਿਕ ਮੀਨ ਜੋ ਕਿ ਸੈੱਟ ਦਿੱਤਾ ਹੁੰਦਾ ਡਾਟਾ ਦਾ, ਉਹਦੇ ਚੋਂ ਕਿ ਆਪਾਂ ਕਹਿ ਸਕਦੇ ਹਾਂ ਕਿ ਸਮ ਆਫ ਆਲ ਦਾ ਡਾਟਾ ਐਂਡ ਨੰਬਰ ਆਫ ਆਲ ਦਾ ਡਾਟਾ। ਸਮ ਆਫ ਆਲ ਦੇ ਡਾਟਾ ਨੂੰ ਡੋਨੇਟ ਕੀਤਾ ਜਾਂਦਾ ਵਾ ਜਿੱਦਾਂ ਆਪਾਂ ਕਹਿ ਸਕਦੇ ਹਾਂ x ਨਾਲ, ਅਤੇ ਦੈਨ ਦਾ ਡਿਵਾਈਡ ਬਾਈ ਰਿਜ਼ਲਟਿੰਗ ਦਾ ਨੰਬਰ ਆਫ ਵੈਲਿਊ, ਜੋ ਨੰਬਰ ਆਫ ਵੈਲਿਊ ਹੋਏਗਾ ਉਹ ਆਪਾਂ ਕਹਿ ਸਕਦੇ ਹਾਂ n ਕਹਿ ਸਕਦੇ ਹਾਂ। क्लियर है, कोई दिक्कत नहीं, इतों तक सारे स्टूडेंट समझ चुके हैं, राइट। वी कैन से दिस इज द स्मॉल एन, ठीक है, राइट। ਹੁਣ ਦਰਅਸਲ ਕੀ ਹੈ ਕਿ ਸੀਨਸ ਜੋ ਇੱਕ ਸਿੰਬਲ ਸਾਨੂੰ ਇਦਾਂ ਦਾ ਦੇਖਣ ਨੂੰ ਮਿਲੇਗਾ, ਇਸ ਸਿੰਬਲ ਨੂੰ ਅਸੀਂ ਕੀ ਕਹਿੰਦੇ ਆ, ਇਸ ਸਿੰਬਲ ਨੂੰ ਪਾਰਟਿਕੂਲਰ ਇੱਕ ਨਾਮ ਦਿੱਤਾ ਜਾਂਦਾ ਜਿਸ ਨੂੰ ਕਹਿੰਦੇ ਸਿਗਮਾ ਨੋਟੇਸ਼ਨ, ਠੀਕ ਹੈ। ਇਸ ਸਿਗਮਾ ਨੋਟੇਸ਼ਨ ਆਪਾਂ ਕਹਿ ਸਕਦੇ ਹਾਂ ਸਿਗਮਾ ਇਜ਼ ਦਾ ਸਿੰਬਲ ਯੂਜ਼ਡ ਟੂ ਇੰਡੀਕੇਟ ਦੈਟ ਦਾ ਵੈਲਿਊ ਆਰ ਟੂ ਬੀ, ਮੈਂ ਕਹਿ ਸਕਦਾ ਕਿ ਸਮਡ, ਰਾਈਟ, ਜੋੜਾ ਜਾਂਦਾ ਹੈ ਓਬਟੇਨ ਦਾ ਫੋਲੋਇੰਗ ਫਾਰਮੂਲਾ ਮੀਨਸ, ਠੀਕ ਹੈ। ਇਹਦਾ ਫਾਰਮੂਲਾ ਆਪਾਂ ਕਹਿ ਸਕਦੇ ਹਾਂ कि x इदा करके आई ਨੂੰ यूज किया जाता है, ठीक है। बेसिकली की है कि ਇਹਦਾ फार्मूला इदा बन जाएगा, ओवरऑल फार्मूला ਇਹਦਾ ਇਹ होएगा कि सिग्मा, ठीक है, सिग्मा ਸਾਡੇ ਕੋਲ x अपॉन n। ਇਹ फार्मूला एज इट इज अगर मैं इसनों ਇਹ लिखदा कि सम बटा नंबर, ठीक है, कोई दिक्कत नहीं है। ਤੁਹਾਡੇ ਸਮਝਾਉਣ ਲਈ मैं ਤੁਹਾਨੂੰ ਸਾਰੀਆਂ ਫੈਸਿਲਿਟੀਜ਼ ਕੁਐਸਚਨ ਦੀਆਂ ਦੇ ਰਿਹਾ, ਕੁਝ ਵੀ ਮੁਸ਼ਕਿਲ ਨਹੀਂ ਹੈ। ਤੁਸੀਂ ਅੱਜ ਦਾ ਸੈਸ਼ਨ ਦੇਖੋਗੇ ਕਨਸੈਪਟ ਕਲੀਅਰ, ਕੱਲ ਦਾ ਦੇਖੋਗੇ ਕਨਸੈਪਟ ਕਲੀਅਰ, ਦੈਟਸ ਓਕੇ। ਤੁਹਾਡੇ ਨੰਬਰ 30 ਹੈ, 30 ਚੋਂ ਤੁਸੀਂ ਜ਼ਿਆਦਾ ਨਹੀਂ ਤਾਂ ਮੈਂ ਤੁਹਾਨੂੰ ਇੰਨਾ ਕਹਿ ਸਕਦਾ ਕਿ 25 ਤੋਂ 27 ਨੰਬਰ ਤੁਸੀਂ ਬਹੁਤ ਆਸਾਨੀ ਨਾਲ ਲੈ ਆਓਗੇ, ਰਾਈਟ। ਜਿਵੇਂ ਕਿ ਅੱਜ ਦੇ ਕੁਐਸਚਨ ਦੇ ਸਿਲਸਿਲੇ ਬੇਸ ਤੇ ਆਪਾਂ ਕੁਐਸਚਨ ਤੇ ਡਿਸਕਸ ਕਰਦੇ ਰਵਾਂਗੇ ਕੰਟੀਨਿਊ, ਹੋਰ ਵੀ ਕੁਝ ਮਜ਼ੇਦਾਰ ਗੱਲਾਂ ਬਾਤਾਂ ਕਰਦੇ ਰਵਾਂਗੇ। ਸਵਾਲਾਂ 'ਚ ਇਦਾਂ ਹੀ ਅੰਦਾਜ਼, ਸੁਰੀਲਾ ਅੰਦਾਜ਼ ਚੱਲਦਾ ਰਹੇਗਾ। ਜਿੱਦਾਂ ਕਿ ਆਪਾਂ ਪਹਿਲਾ ਕੁਐਸਚਨ ਕਰਦੇ ਹਾਂ, एक है ना व्हाट इज द एवरेज, या अपन अरथमैटिक मीन कह सकते हैं फाइंड दा। देखो ਇਹਦਾ मतलब ये है कि जे अपन x इज इक्वल अपन सिग्मा x अपॉन n इज इक्वल फाइंड करांगे ਤਾਂ ਸਾਡੇ ਕੋਲੇ ਕਿੰਨਾ ਹੋ ਜਾਏਗਾ 5 प्लस कितना हो जाएगा 10 प्लस ਸਾਡੇ ਕੋਲੇ 15 प्लस 20 प्लस 25 प्लस 30 प्लस ਸਾਡੇ ਕੋਲੇ 35 प्लस कितना हो जाएगा 40 प्लस कितना हो जाएगा 45 प्लस 50 और अपॉन ਦੇ ਵਿੱਚ ਸਾਡੇ ਕੋਲੇ ਕਿੰਨਾ ਹੋ ਜਾਣਾ ਟੋਟਲ ਗਿਣੋ 1 2 3 4 5 6 7 8 9 10 ਸੋ ਵੀ ਹੈਵ 10। ਹੁਣ ਆਪਾਂ ਇਹਨਾਂ ਨੂੰ ਐਡ ਕਰ ਲਾਂਗੇ, ਠੀਕ ਹੈ। और ਐਡ ਇਹਨਾਂ ਨੂੰ ਕਿੱਦਾਂ ਕਰਨਾ ਦੇਖੋ ਸ਼ਾਰਟਕਟ ਵੀ ਦੱਸਾਂਗਾ, ਪ੍ਰੋਸੀਜਰ ਵੀ ਦੱਸਾਂਗਾ, ਪਹਿਲਾਂ ਸਾਰੇ ਮੈਥਡ ਸਮਝੋ, ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਪ੍ਰੈਕਟੀਕਲੀ ਤੌਰ ਤੇ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। 10 ਤੇ 6 ਕਿੰਨਾ, ਮੈਂ 10 ਤੇ 5 15, 15 ਤੇ 15 30, 30 ਤੇ 20 ਜੋੜਾਂਗੇ ਆਪਣੇ ਕੋਲੇ ਕਿੰਨਾ ਹੁੰਦਾ ਹੈ 50, 50 ਤੇ 30 ਸਾਡੇ ਕੋਲੇ ਕਿੰਨਾ ਹੋ ਜਾਏਗਾ 80, और 80 ਤੇ 40 ਸਾਡੇ ਦੇਖੋ ਐਡ ਕਿਵੇਂ ਕਰਨਾ ਇਹ ਵੀ ਮੈਂ ਤੁਹਾਨੂੰ ਤਰੀਕਾ ਦੱਸ ਦਿੰਦਾ। ਜੇ ਤੁਸੀਂ ਇਦਾਂ ਐਡ ਕਰੋਗੇ ਤੁਹਾਨੂੰ ਕੁਆਇਟ ਟਫ ਲੱਗੇਗਾ। ਤੁਸੀਂ 5 ਛੱਡ ਦਿਓ, 10 10 20, ਫਿਰ ਉਸ ਤੋਂ ਬਾਅਦ 20 40, 40 ਦੇ ਵਿੱਚ 20 ਜੋੜੋਗੇ ਕਿੰਨਾ 60, 60 ਦੇ ਵਿੱਚ 30 ਜੋੜ ਲਓ ਕਿੰਨਾ 90, 90 ਚ 30 ਜੋੜ ਲਓ ਤੁਸੀਂ ਤੁਹਾਡੇ ਕੋਲੇ ਕਿੰਨੇ ਹੋ ਗਏ 120, 120 ਚ 40 ਜੋੜ 160, 160 ਦੇ ਵਿੱਚ 40 ਜੋੜੋਗੇ 200, 200 ਚ 50 ਜੋੜ ਲਓ ਤੁਹਾਡੇ ਕੋਲੇ ਕਿੰਨੇ ਹੋ ਜਾਣਗੇ 250, ਠੀਕ ਹੈ। ਹੁਣ ਦੇਖੋ 5 ਇੱਥੇ 5 ਤੇ 5 10, 10 ਤੇ 5 15, 15 5 20, 20 5 ਕਿੰਨਾ ਹੋ ਗਿਆ ਤੁਹਾਡੇ ਕੋਲੇ 25, 25 ਹੋਰ ਜੋੜ ਲਓ ਮੇਰੇ ਦੋਸਤੋ ਬਟਾ ਦੇ ਵਿੱਚ 10 ਹੈ, ਲਗਭਗ ਤੁਹਾਡੇ ਕੋਲੇ ਕਿੰਨਾ ਹੋ ਜਾਏਗਾ ਇਹ ਮੈਂ ਕਹਿ ਸਕਦਾ 275 ਬਟਾ 10 ਹੈ। ਤੁਸੀਂ ਕਹਿ ਸਕਦੇ ਹੋ ਸਰ ਜੀ ਇਹਦਾ ਆਨਸਰ 27.5 ਆ ਜਾਏਗਾ। 27.5 ਵਿਲ ਬੀ ਮੈਂ ਕਹਿ ਸਕਦਾ ਕਿ ਇਹ ਐਵਰੇਜ ਵੀ ਹੈ ਅਤੇ ਇਹ ਸਾਡੇ ਪਾਰਟਿਕੂਲਰ ਕੁਐਸਚਨ ਦਾ ਕੀ ਹੈ ਮੀਨ ਵੀ ਹੈ, ਰਾਈਟ। ਹੁਣ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਹਮੇਸ਼ਾ ਜਦੋਂ ਵੀ ਤੁਹਾਨੂੰ ਇਦਾਂ ਨਾ ਪੁੱਛਿਆ ਜਾਵੇ ਤੁਸੀਂ ਇਹਦਾ ਆਨਸਰ ਫਾਈਂਡ ਕਰ ਸਕਦੇ ਹੋ। ਔਰ ਹਾਲਾਂਕਿ ਇਹ ਰੂਲ ਵੀ ਬਸ ਥੋੜਾ ਜਿਹਾ ਚੇਂਜ ਹੋ ਜਾਂਦਾ ਹੈ, ਇਹ ਵੀ ਇਨਫੈਕਟ ਤੁਸੀਂ ਯਾਦ ਰੱਖਣਾ ਹੋਏਗਾ। ਕਲੀਅਰ ਹੈ, ਕੋਈ ਦਿੱਕਤ ਨਹੀਂ ਹੈ ਕਿਸੇ ਨੂੰ। ਲੇਕਿਨ ਯਾਦ ਰੱਖੋ ਕਿ ਟ੍ਰਿਕੀ ਵੇ ਕੀ ਕਹਿੰਦਾ, ਟ੍ਰਿਕੀ ਵੇ ਇਹ ਕਹਿੰਦਾ ਆ ਕਿ ਅਗਰ ਤੁਹਾਡੇ ਕੋਲ ਡਿਫਰੈਂਸ ਆਫ ਨੰਬਰ ਸੇਮ ਹੈ, ਡਿਫਰੈਂਸ ਆਫ ਨੰਬਰ ਕੀ ਹੈ ਸੇਮ ਹੈ, ਤਾਂ ਤੁਸੀਂ ਟ੍ਰਿਕ ਲਾ ਸਕਦੇ ਹੋ। ਟ੍ਰਿਕ ਕੀ ਕਹੇਗੀ ਤੁਹਾਨੂੰ ਕੋਲੇ ਫਸਟ ਪਲੱਸ ਤੁਹਾਡੇ ਕੋਲੇ ਟ੍ਰਿਕ ਕਹੇਗੀ ਲਾਸਟ ਅਪੋਨ ਦੇ ਵਿੱਚ ਕੀ ਹੋਏਗਾ 2। ਪਹਿਲਾ ਨੰਬਰ 5 ਹੈ, ਅਖੀਰਲਾ 50 ਆ, ਬਟਾ 2 ਕਰ ਦੋ ਤੁਹਾਡੇ ਕੋਲੇ 55 ਬਟਾ 2 ਕਰੋਗੇ ਤੁਸੀਂ ਕਹਿ ਸਕਦੇ ਹੋ ਸਰ 27.5 ਵਿਲ ਬੀ ਆਨਸਰ। ਜੋੜਨ ਦਾ ਕੋਈ ਲੋੜ ਨਹੀਂ ਉੱਥੇ, ਮੇਰੀ ਗੱਲ ਤੇ ਯਕੀਨ ਕਰੋ। ਇਹ ਤੁਹਾਨੂੰ ਬੈਸਟ ਤਰੀਕੇ ਮੈਥਡ ਲੌਜਿਕ ਫੰਡੇ ਔਰ ਯੂਨਿਟ ਤਰੀਕੇ ਮੈਂ ਤੁਹਾਨੂੰ ਆਲਰੇਡੀ ਐਵਰੇਜ ਕਨਸੈਪਟ 'ਚ ਕਰਾ ਚੁੱਕਿਆ ਹਾਂ, ਠੀਕ ਹੈ। ਕੋਈ ਜ਼ਿਆਦਾ ਟਫ ਨਹੀਂ ਹੈ। ਇਹ ਪਾਰਟਿਕੂਲਰ ਜੇ ਕੁਐਸਚਨ ਤੁਹਾਨੂੰ ਸਮਝ ਆ ਚੁੱਕਿਆ ਤਾਂ ਪਲੀਜ਼ ਇੱਕ ਲਾਈਕ ਔਰ ਸ਼ੇਅਰ ਕਰ ਦਿਓ। ਸ਼ੇਅਰ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਹੈ, ਠੀਕ ਹੈ। ਹੁਣ ਆਪਾਂ ਇਦਾਂ ਦਾ ਹੀ ਇੱਕ ਸੁਰੀਲਾ ਜਿਹਾ ਸਵਾਲ ਹੋਰ ਦੇਖਦੇ ਹਾਂ, ਉਹ ਮੀਡੀਅਨ ਦੇ ਰਿਗਾਰਡਿੰਗ ਹੈ। ਦੇਖੋ ਹਾਲਾਂਕਿ ਮੈਂ ਤੁਹਾਨੂੰ ਇੱਕ ਦੋ ਐਗਜ਼ਾਮਪਲ ਹੋਰ ਦੇ ਸਕਦਾ, ਬਟ ਮੈਂ ਤੁਹਾਨੂੰ ਇਹੀ ਕਿਹਾ ਸੀ ਬਿਗਨਿੰਗ 'ਚ ਕਿ ਅੱਜ ਆਪਾਂ ਬੇਸਿਕ ਕਨਸੈਪਟ ਸਿੱਖਾਂਗੇ ਔਰ ਕੱਲ ਆਪਾਂ ਇਹਦਾ ਪਾਰਟ ਨੰਬਰ 2 ਸਿੱਖਾਂਗੇ ਜਿੱਥੇ ਆਪਾਂ ਨੂੰ ਗ੍ਰਾਫ ਵਗੈਰਾ ਬਣਾਉਣਾ ਪਏਗਾ, ਠੀਕ ਹੈ। ਜਿੱਥੇ ਆਪਾਂ ਨੂੰ xi ਫਾਈਂਡ ਕਰਨੀ ਪਏਗੀ, ਜਿੱਥੇ ਆਪਾਂ ਨੂੰ f into xi ਫਾਈਂਡ ਕਰਕੇ ਇਕੁਅਲ m ਬਰਾਬਰ ਵੈਲਿਊ ਰੱਖਾਂਗੇ। ਬਹੁਤ ਆਸਾਨ ਹੈ, ਕੁਝ ਵੀ ਟਫ ਨਹੀਂ ਹੋਏਗਾ, ਬਟ ਐਟ ਦਾ ਐਂਡ ਰਿਜ਼ਲਟ ਬਹੁਤ ਪਿਆਰਾ ਆਏਗਾ, ਠੀਕ ਹੈ।
चलो मैं एक फिर भी ਤੁਹਾਡੀ डिमांड ਤੇ एक बच्चे ने किया सर थोड़ा ਜਿਹਾ क्वेश्चन लंबा करके दसो ਇਹਦਾ। मैं मेरे दोस्तों ਤੁਹਾਨੂੰ एक बड़ा मज़ेदार क्वेश्चन ਦੱਸਦਾ ਵਾਂ, ठीक है। मज़ेदार क्वेश्चन इदा है, हालांकि मैनू एक्सपैक्टेशन नहीं कि इदा के कोई लंबे लंबे क्वेश्चन पेपर च आउणगे। देखो अगर पेपर च बाई द वे क्वेश्चन एवें आ भी जाता है, एक सवाल दे विच बहुत सारे डाउट क्लीयर होणगे। इदा तुहानूं एवें दिता जाएगा, इन्हें देता इत्थे 0 10 ये बराबर देता इन्होंने 7, फिर इन्होंने देता जिमें 10 20 इत्थे बराबर देता इन्होंने 8। दैन वी हैव ए गिवन मैं कह सकता 20 और 30, इन्होंने अगर देता सानू 10, और फिर उस तो बाद देता जिमें 30 × 40 और इत्थे अपन देता जिमें उन्होंने 36। एंड नैक्सट वी हैव ए 40 - 50 और इत्थे अपन देता 12, और इत्थे अगर मैं कह सकता 50 60 इत्थे अपन देता इन्होंने 17। क्लीयर है। एक साडे कोले इदां की है, मैं कह सकता कि समरी या आप सारनी कह सकते हैं। हुण बेसिकली की है कि इनके अंदर जो 0 और 10 एक इंटरवल दिता हुआ है, ठीक है। और मैं कह सकता कि जो भी आप m बराबर वैल्यू फाइंड करांगे वो कह सकते हैं कि xi बराबर वैल्यू हो सकती है। हुण देखो इसनूं सॉल्व किद्दां करना है। देखो अगर टैक्नीकली तरीके ते जावांगे तो मैथमैटिक्स की लैंगुएज अते भाषा बहुत डिफरेंट है, बट तुहाडे चों बहुते स्टूडेंट वो भी होणगे कि जिन्हां दा मैथ नाल पाला नहीं पिया, उन्हां वास्ते समझना थोड़ा जिहा टफ हो जाएगा। सो मैं मेरी भाषा नूं सधारण तौर पर सिंपल तरीके नाल समझावांगा, जिस करके कि तुहानूं मेन कंटेंट और लॉजिक समझ आ जाए, ठीक है। तुसीं कोई मैथ दा प्रैक्टिकल नहीं करन जा रहे हो कि तुहानूं उत्थे इंटरव्यू दे विच पुछया जाएगा कि इन्हां बारे दसो डिटेल च की है। जिद्दां कि आपां सब तो पहलां की करांगे, बारंबारता सारणी दे विच दित्ते गईआं जो भी अपने कोले इंटरवल है उहनूं लिख लांगे। 10 - माइनस साडे कोले 20 है, फिर 20 डैश साडे कोले 30 है, अते 30 डैश साडे कोले कितना 40 है। नैक्सट वी हैव ए 40 डैश साडे कोले 50 है, और नैक्सट साडे कोले 50 डैश कितना 60 है, ठीक है। मेरे प्यारे दोस्तों इत्थों तक कंसैप्ट समझ आ गया होएगा। जरूर ध्यान नाल और गौर नाल देखना, अंत तक तुहानूं बहुत सारियां चीज़ां समझ आउणगीਆਂ। हुण आपां नूं इहदे बराबर मतलब f की वैल्यू गिवन है, ठीक है। कितनी है 7 है, फिर 8 है, फिर सानू 10 दी गई है, फिर 36 दी गई है, 12 दी गई है, तो 17 दी गई है। क्लीयर है। हुण आपां फाइंड आउट की करना, आपां फाइंड करनी वैल्यू ऑफ m। जदों आपां m की वैल्यू फाइंड करांगे तो इहदा एक रूल हुंदा है। रूल ये हुंदा है, हमेशा याद रखना, तुसीं बड़ा बेसिक जिहा कंसैप्ट है। मतलब कंसैप्ट ये हैगा कि मैं कह सकदा कि साडे कोले हाँ जी, हुण आपां किद्दां करांगे, तो बेसिक कंसैप्ट ये हुंदा आ कि इहदा हमेशा अगर आप जदों m की वैल्यू फाइंड करनी तो m इज इक्वल की हो जाता है कि आप कह सकते हैं कि लोअर, ठीक है, लोअर लिमिट होगी, एंड प्लस असीं कह सकते हैं कि अपर लिमिट होगी, और अपॉन साडे कोल की हुंदा है 2 हुंदा है। जिवें लोअर लिमिट की गल करांगे कि साडे कोल 0 है और अपर साडे कोल 10 है, डिवाइड बाई 2 कीता तो अपने कोल कितना आ जाएगा 10/2 बराबर कितना आ गया 5। सो वी कैन राइट हियर द वैल्यू ऑफ m दी 5 हो जाएगी। इदा ही आप दूजा फाइंड करांगे, दिस इज द फर्स्ट स्टैप, दिस इज द सैकेंड स्टैप। सो गाइज एट दैट पॉइंट सानू की करना है कि हर एक सवाल नू अच्छे तरीके नाल समझना है कि हाउ कैन वी फाइंड आउट, ठीक है। सो देखते चलो तुसी प्रॉपर तरीके नाल। दूजा साडे कोल लोअर टर्म कितना है 10 है, अते साडे कोल हायर टर्म कितना है, अपर टर्म कितना है 20 है, बटा 2 कर देंगे तो साडे कोल 30 बटे कितना हो जाएगा 2 इज इक्वल 15 हो जाएगा, तो आप इत्थे लिख देंगे 15। क्लीयर है। इदा ही आप डायरैक्ट भी कर सकते हैं, मुख जबानी 20 + 30 50, 50 दे विचों अध कीता कितना 25, नैक्सट 70 का अध कीता 35, तो मतलब ऑलवेज क्या होगा डिफरेंस ऑफ वैल्यू सेम आएगा। इन्हूं 45 लिख दो, इन्हूं 55 लिख दो, ठीक है। नाउ वी हैव टू फाइंड द, यानी मैं कह सकता कि f और m बराबर फाइंड करांगे। सो रूल अते रेगूलेशन पहला बाद हो जाते हैं। मैं आप अगर फाइंड आउट करांगे कि मैं कहांगा कि सिग्मा f1, ठीक है, इंटू xi, तो मतलब ये बराबर तुसी वैल्यू फाइंड करोगे, गिवन हेयर इज n। सो वी कैन से कि आप इहदे अकॉर्डिंग आंसर फाइंड कर सकते हैं। किद्दां f और m का मल्टीप्लाई कर दो, कितना हो जाएगा 7 × 5 35, और 18 कितना हो जाएगा 15 × 8 120, 25 नूं कितना 250 नाल 35 × 36 करांगे तो मैक्सीमम आई थिंक वैल्यू साडे कोले कितनी हो जानी 1000 और 1260 हो जानी है। तो ये साडे कोले कितनी हो जानी है, नैक्सट है कि 40 560 हो जानी है, अते 17 अते 55 नूं करांगे मल्टीप्लाई आप 17 5 85 कितना बच गया 8, और 85 और 8 कितना हो जाएगा साडे कोले 93, ठीक है, ये हो जाएगा। क्लीयर है। सो गाइज इन्हां दा अगर आप जो ऐड कर देंगे टोटल, इत्थे हम टोटल कर रहे हैं, टोटल तुहाडे कोले कितना बन जाएगा, टोटल इत्थे फाइंड आउट कर लेना तुहाडे कोले जिन्ना भी बनेगा टोटल। सो वी कैन से कि टोटल कितना बनेगा अपने कोले, आप लिखांगे 5 5 कितना हो जाएगा 10, बचा साडे कोले 1, और 5 ते 5 10, 10 ते 6 16, 16 ते 6 किन्ने हुंदे ने 21, और 3 साडे कोले 24, 24 ते कितना हो गया 25, किन्ने बच गए ने 2 कैरी, ठीक है 2 बच गया, 2 and 2 4 and 1 5, 5 and 2 साडे कोले कितना हो जाएगा
5 and 2 7, 7 and 5 12, 12 and 9 कितना हो जाएगा साडे कोले 12 ਤੇ 9 21 बच गया 2 2 ਤੇ 3 ठीक है। ਸੋ ਮੇਰੇ ਦੋਸਤੋ ਇਦਾਂ ਦਾ ਸਮ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਹੁਣ ਤੁਹਾਡੇ ਕੋਲ ਇੱਕ ਤਾਂ ਇਹ ਫਾਈਂਡ ਕਰ ਲਿਆ, ਹੁਣ n ਬਰਾਬਰ ਕਿੰਨਾ ਹੋਏਗਾ, n ਬਰਾਬਰ ਇਹ ਹੋਏਗਾ ਕਿ ਟੋਟਲ ਇਹਨਾਂ ਦਾ ਜੋੜ ਕਰੋ ਕਿੰਨਾ ਬਣੇਗਾ ਠੀਕ ਹੈ। ਜਿਵੇਂ ਹੁਣ 15 15 ਤੇ 10 ਕਿੰਨਾ ਹੋ ਗਿਆ 25, ਇਹ 25 ਹੋ ਗਿਆ, ਇਹਨਾਂ ਦੋਨਾਂ ਦਾ ਜੋੜ ਕਰੋਗੇ 48 ਹੋ ਗਿਆ, ਔਰ 48 ਦੇ ਵਿੱਚ 17 ਜੋੜ ਕਰ ਦੋਗੇ ਤੁਹਾਡੇ ਕੋਲ ਕਿੰਨਾ ਹੋ ਜਾਏਗਾ ਮੈਕਸਿਮਮ 65 ठीक है। ਹੁਣ 65 ਦੇ ਵਿੱਚ ਤੁਸੀਂ ਜਦੋਂ 25 ਐਡ ਕਰ ਦੋਗੇ ਤੁਹਾਡੇ ਕੋਲ ਕਿੰਨਾ ਬਣ ਜਾਏਗਾ 90 ਬਣ ਜਾਏਗਾ ਇਹ ਰਾਈਟ। ਤਾਂ ਇਹ 90 ਹੋ ਗਿਆ। ਹੁਣ ਮੇਰੇ ਪਿਆਰੇ ਦੋਸਤੋ ਇਹ ਪੂਰੇ ਦੇ ਪੂਰੇ ਸਵਾਲ ਨੂੰ ਅੱਛੇ ਤਰੀਕੇ ਨਾਲ ਸਮਝ ਕੇ ਕਰਨਾ ਹੈ। ਆਈ ਹੋਪ ਤੁਸੀਂ ਸਮਝ ਰਹੇ ਹੋਵੋਗੇ। ਹੁਣ ਬੇਸਿਕਲੀ ਕੀ ਹੈ ਕਿ ਉਹੀ ਐਵਰੇਜ ਵਾਲਾ ਰੂਲ ਹੋ ਗਿਆ, ਸਮ ਆਫ ਦਾ ਨੰਬਰ ਟੋਟਲ 31 50 ਬਟੇ ਕਿੰਨਾ ਕਰ ਦੋਗੇ ਤੁਹਾਡੇ ਕੋਲ 90 ਹੈ, ਇਹਨੂੰ ਕੈਂਸਲ ਕਰਕੇ ਤੁਸੀਂ ਆਨਸਰ ਕਰ ਸਕਦੇ ਹੋ। दैट इज द बेसिक फार्मूला एंड यू कैन फाइंड आउट योर आंसर। क्लियर है। ਹਾਲਾਂਕਿ ਮੈਂ ਚੀਜ਼ ਤੁਹਾਨੂੰ ਕੱਲ ਦੱਸਣੀ ਸੀ ਬਟ ਇਨਫੈਕਟ ਦੈਟ ਮੈਂ ਤੁਹਾਨੂੰ ਹੁਣੀ ਦੱਸਣਾ ਇਹ ਬਿਲਕੁਲ ਸਮਝਿਆ ਕਿਉਂਕਿ ਤੁਹਾਡੀ ਸੰਤੁਸ਼ਟੀ ਮੇਰਾ ਸਰਵਧਰਮ ਹੈ। ਜਿੰਨੇ ਵੀ ਸਾਡੇ ਨਾਲ ਸਟੂਡੈਂਟਸ ਜੁੜੇ ਨੇ ਹਮੇਸ਼ਾ ਗਿਲਜ ਮੈਂਟੋਰ ਟੀਮ ਦੇ ਫੈਮਿਲੀ ਮੈਂਬਰ ਹੋ, ਅਸੀਂ ਆਲਵੇਜ ਰਿਸਪੈਕਟ ਕਰਦੇ ਹਾਂ। ਸਾਡੇ ਕੋਲੇ ਬਹੁਤੇ ਵਾਰ ਇਦਾਂ ਹੁੰਦਾ ਹੈ ਕਿ ਰਾਤ ਦੇ 11 ਵਜੇ ਫੋਨ ਆ ਜਾਂਦਾ ਹੈ ठीक है, बट रात के 11 बजे थोनों कोई भी चैनल नहीं होएगा कि हेल्प करेगा ठीक है। पहली गल तो बहुतियां ना आई थिंक हर कोई जिते भी कोई स्टडी करता है करांदा है काम करता है तो आई थिंक कोई ना टायर्ड होंदा है सौ जाता है, बट इनफैक्ट दैट असी रात के 4-4 बजे तक भी तुहाडे तक काम करते रहने हैं ठीक है। खान पीन की है अजकल साग बना लो 3-4 दिन चली जाता रहिंदा है, बस खाना खा लिया बस अपने ऑफिस च बैठो पढ़ाउणा ਤੁਹਾਡੇ ਲਿਸਟ ਕੁਝ ਬੈਸਟ ਕਰਨਾ ਬਸ ਇਹੀ ਹੈ। ਸਾਡਾ ਇੱਕ ਮਿਸ਼ਨ ਸੀਗਾ ਇੱਕ ਵਿਜ਼ਨ ਸੀਗਾ ਕਿ ਅਸੀਂ ਬਹੁਤੇ ਸਟੂਡੈਂਟਸ ਜੋ ਖਾਸ ਤੌਰ ਤੇ ਪਰੇਸ਼ਾਨ ਨੇ ਕੋਚਿੰਗ ਸੈਂਟਰਾਂ 'ਚ 25-25 30-30 ਹਜ਼ਾਰ ਰੁਪਏ ਲੈ ਕੇ ਜਾਂਦੇ ਨੇ ਯਾਰ, ਇੱਕ ਪ੍ਰਯਾਸ ਹੈ ਸਾਡਾ ਛੋਟਾ ਜਿਹਾ ਜੋ ਅਸੀਂ ਕਰਦੇ ਰਵਾਂਗੇ ਕੰਟੀਨਿਊ। ਅੱਗੇ PPSC ਦੀਆਂ ਕਲਾਸਿਸ ਵੀ ਆਪਾਂ ਕਰਾਂਗੇ ਲਾਈਵ, ਬਹੁਤ ਇੰਪੋਰਟੈਂਟ ਕੁਝ ਕਰਾਂਗੇ ਔਰ ਇਦਾਂ ਹੀ ਅਸੀਂ ਡੇ ਬਾਈ ਡੇ ਸਾਡੀ ਇਸ ਟੀਮ ਦੇ ਅੰਦਰ ਵੀ ਅਸੀਂ ਅੱਛੇ ਜੋ ਫੈਕਲਟੀ ਮੈਂਬਰ ਉਹਨਾਂ ਨੂੰ ਐਡ ਕਰ ਰਹੇ ਹਾਂ। ਤਾਂ ਬਸ ਤੁਸੀਂ ਕੀਪ ਸਪੋਰਟ ਪਾਰਟਿਕੂਲਰ ਦਿਸ ਚੈਨਲ ਐਂਡ ਪਲੀਜ਼ ਸ਼ੇਅਰ ਇਟ ਮੈਕਸਿਮਮ ਟੂ ਮੈਕਸਿਮਮ ਵਿਦ योर फ्रेंड्स ठीक है। ਹੁਣ ਆਪਾਂ ਗੱਲ ਕਰਦੇ ਹਾਂ ਮੀਡੀਅਨ ਕੀ ਹੁੰਦਾ। ਮੀਡੀਅਨ ਦਾ ਮਤਲਬ ਹੁੰਦਾ ਸਿੰਪਲ ਜੀ ਭਾਸ਼ਾ ਕਿ ਮਿਡਲ, यानी ਜਿਹੜਾ ਕਿ ਮਿਡਲ ਟਰਮ ਹੋਏਗਾ ਉਸ ਨੂੰ ਆਪਾਂ ਕੀ ਕਵਾਂਗੇ ਮੀਡੀਅਨ। ਹੁਣ ਇਹ ਮਿਡਲ ਟਰਮ ਇਹ ਨਹੀਂ ਤੁਸੀਂ ਕਹਿ ਦੇਣਾ ਸਰ ਇਧਰੋਂ 3 ਛੱਡ ਦਿਓ ਇਧਰੋਂ 3 ਛੱਡ ਦਿਓ, ਨਹੀਂ, ਨੈਵਰ ਨੈਵਰ ਨੈਵਰ, ਦਿਸ ਇਜ਼ ਦਾ ਰੋਂਗ ਮੈਥਡ। median value of a set of a data is the middle value of the order data ठीक है, middle value of the order data है और ये must be put in the numerical order first। numerical order first ਆਪਾਂ ਨੂੰ ਲਿਖਣਾ ਜ਼ਰੂਰੀ ਹੈ ਠੀਕ ਹੈ। ਜਿਵੇਂ ਹੁਣ ਆਪਾਂ ਕਿੱਦਾਂ ਲਿਖਾਂਗੇ ਆਰਡਰਿੰਗ, ਆਪਾਂ ਆਰਡਰ ਦੇ ਵਿੱਚ ਲਿਖਾਂਗੇ ਇਹਨਾਂ ਨੂੰ। ਆਰਡਰ ਮਤਲਬ ਆਰਡਰ ਦੇ ਵਿੱਚ ਲਿਖਣਾ ਹੈ। ਕਿਵੇਂ ਲਿਖਾਂਗੇ 4, ਫਿਰ ਸਾਡੇ ਕੋਲੇ ਹੋ ਗਿਆ 5, ਫਿਰ ਸਾਡੇ ਕੋਲੇ 6, ਫਿਰ ਸਾਡੇ ਕੋਲੇ 7, ਫਿਰ ਸਾਡੇ ਕੋਲੇ 9 ਅਤੇ 10 ਅਤੇ 11। ਹਿੰਦੀ 'ਚ ਆਪਾਂ ਕਹਿ ਦਿੰਦੇ ਆ ਆਰੋਹੀ ਕਰਮ ਅਤੇ ਆਪਾਂ ਇੰਗਲਿਸ਼ ਕਹਿ ਦਾਂਗੇ ਅਸੈਂਡਿੰਗ ਆਰਡਰ ਜਾਂ ਇਨਕਰੀਜ਼ਿੰਗ ਆਰਡਰ। ਇਹਨਾਂ ਨੂੰ ਪੈਟਰਨ ਦੇ ਅਕੋਰਡਿੰਗ ਲਿਖਣਾ ਪਏਗਾ। ਹੁਣ ਆਪਾਂ ਇਹ ਦੇਖਣਾ ਹੈ ਕਿ ਸਾਡੇ ਕੋਲੇ ਬਿਗਨਿੰਗ 'ਚ 3 ਨੰਬਰ ਹੈ, ਲਾਸਟ 3 ਨੰਬਰ ਹੈ। ਵੀ ਹੈਵ ਅ ਮਿਡਲ ਟਰਮ, ਦਿਸ ਇਜ਼ ਦਾ व्हाट इज दिस इज द मीडियन। दसो मैनू दसो, एक क्वेश्चन टफ है, पेपर च करना मुश्किल है नहीं है ना, तो दैट इज योर आंसर ना। क्लियर है, सारे स्टूडेंट समझ चुके होंगे। आई होप सबनू समझ आया होएगा। क्लियर है। हुण मैं इत्थे ही आपां एक सवाल करते हैं, हालांकि थोनों इस पर्टिकुलर सीरीज च भी मिल जाएगा। ये NCERT क्वेश्चंस ने जिहड़े थोनों बहुत ज़्यादा हेल्प करनगे, इंज करके तुसीं कर सकते हो। सैकेंडली वी हैव ए वन मोर मैथड कि अगर अपन जिवें कि 1 दिता है, 3 दिता है, फिर 0.5 है, 0.6 है, 2 है, 2.5 है, 3.1 है, 2.9 है। सो वी हैव ए देखो ਆਪਾਂ ਆਰਡਰਿੰਗ ਚ ਕਵਰ ਕੀਤਾ ਇਹਨਾਂ ਨੂੰ, ਤਾਂ ਆਪਣੇ ਕੋਲੇ 3 ਬਿਗਨਿੰਗ ਚ 3 ਲਾਸਟ ਦੇ ਵਿੱਚ ਛੱਡਤੇ। ਅਗਰ ਆਪਣੇ ਕੋਲੇ ਜਦੋਂ ਦੇਖੋ 1 2 3 4 1 2 3 3 ਪਿੱਛੇ ਛੱਡਤੇ 3 ਪਿੱਛੇ ਛੱਡਤੇ ਆਪਾਂ ਕਹਿ ਸਕਦੇ ਹਾਂ ਇਹ ਵਾਲਾ ਸਾਡੇ ਕੋਲੇ ਮਿਡਲ ਪਾਰਟ ਮੀਡੀਅਨ ਹੈ। ਅਗਰ ਬਾਈ ਦਾ ਵੇ ਇੱਥੇ 2 ਹੁੰਦੇ, 3 ਪਿੱਛੇ ਛੱਡਤੇ 3 ਪਿੱਛੇ ਛੱਡਤੇ, ਹੁਣ ਆਪਾਂ ਕਾਮਨ ਕੀ ਕੱਢਾਂਗੇ ਤਾਂ ਮੇਰੇ ਦੋਸਤੋ ਦੋਨਾਂ ਨੂੰ ਐਡ ਕਰ ਦਿਓ, ਵਿਚਾਲੇ ਦੋਨਾਂ ਨੂੰ ਐਡ ਕਰ ਦਿਓ ਔਰ ਉਹਨਾਂ ਨੂੰ 2 ਨਾਲ ਡਿਵਾਈਡ ਕਰ ਦਿਓ, ਤੁਹਾਡਾ ਆਨਸਰ ਆ ਜਾਏਗਾ। ਮਤਲਬ ਬੇਸਿਕ ਮੈਥਡ n+1 ਡਿਵਾਈਡ ਬਾਈ 2 ਨਾਲ ਵੀ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ, ਸਵਾਲ ਤੇ ਕੋਈ ਇਫੈਕਟ ਨਹੀਂ ਪਏਗਾ। ਜਨਰਲ ਦਾ ਮਿਡਨ ਆਫ ਦਾ ਸੈਟ ਆਪਾਂ ਕਹਿ ਸਕਦੇ ਹਾਂ। ਜਿਵੇਂ ਦੇਖੋ ਇੱਥੇ 2 ਅਤੇ 2.5 ਨੂੰ ਆਪਾਂ ਐਡ ਕੀਤਾ, ਟੋਟਲ ਕਿੰਨਾ ਬਣ ਗਿਆ 4.5 ਨੂੰ 2 ਨਾਲ ਡਿਵਾਈਡ ਕੀਤਾ, 2.5 ਵਿਲ ਬੀ ਕਰੈਕਟ ਆਨਸਰ। ਕਲੀਅਰ ਹੈ। ਤਾਂ ਬੇਸਿਕ ਤਰੀਕਾ 2 ਐਂਡ 2.5 ਵਿਲ ਬੀ ਕਰੈਕਟ ਆਨਸਰ, ਤਾਂ ਤਰੀਕਾ ਇਹੀ ਹੈ ਠੀਕ ਹੈ। ਹੁਣ ਆਪਾਂ फाइंड करांगे नैक्सट अपने कोले हुंदे सवाल जिवें कि मोड दे। हालांकि तुहानूं मैं एक प्रैक्टिस सैट भी देवांगा, तुसीं प्रैक्टिस भी करनी है। बेसिकली मोड नूं की कहंदे, मोड ऑफ ए सैट ऑफ द डेटा इज द मोस्ट फ्रीकुएंटली ऑकरिंग वैल्यू ठीक है। किवें समझो जरा, साडे कोले क्वेश्चन है कि 263955626 ਇਹਦੇ ਚ कंडीशन की है फ्रीकुएंटली। एक चीज याद रखना है कि ਇਹਦੇ ਚ मैक्सिमम नंबर रिपीट हो रहे हैं, जिवें 6 है वो 3 बार रिपीट हो गया,
ठीक है। हो सकता है 2 जिवें 2 बार रिपीट हो गया, हो सकता है 3 भी 4-5 बार रिपीट हो जाता। इन्हां दा मतलब की है, it is to seen that the mostly frequently occurring 6 are the 3 of, मतलब are there 3 of these, 3 बार रिपीट हो रहे हैं। ਤਾਂ ਬੇਸਿਕਲੀ ਸਵਾਲ ਇਹ ਤੁਹਾਡੇ ਤੋਂ ਮੋਡ ਦਾ ਪੁੱਛਿਆ ਜਾਏਗਾ, ਹੋਰ ਕੁਝ ਵੀ ਨਹੀਂ ਪੁੱਛਿਆ ਜਾਏਗਾ। ਇਹ ਤੁਹਾਡੇ ਕੋਲੇ ਮੈਕਸਿਮਮ ਟੂ ਮੈਕਸਿਮਮ ਆਨਸਰਸ ਫਾਈਂਡ ਕਰਨ ਦਾ ਤਰੀਕਾ ਹੋਏਗਾ, ਸੋ ਦੈਟ ਕਿ ਤੁਸੀਂ ਇਹਨੂੰ ਬੇਸਿਕ ਦੇ ਤਰੀਕੇ ਨੂੰ ਸਮਝ ਲਿਆ ਹੋਏਗਾ। ਠੀਕ ਹੈ, ਤਾਂ ਮੋਸਟ ਫ੍ਰੀਕੁਐਂਟਲੀ ਔਕਰਿੰਗ ਵੈਲਿਊ ਕੀ ਹੋਏਗੀ, ਸਾਡੇ ਕੋਲੇ 6 ਹੈ, ਸੋ ਦੈਟ ਕਿ ਆਪਣਾ ਆਨਸਰ ਹੈ। ਤਾਂ ਹੁਣ ਤੁਹਾਨੂੰ ਇਹ ਬੇਸਿਕ ਜੇ ਕੁਐਸਚਨਸ ਦਿੱਤੇ ਜਾ ਰਹੇ ਨੇ, ਸਾਰੇ ਸਟੂਡੈਂਟਸ ਨੇ ਪਲੀਜ਼ ਇਹਨਾਂ ਨੂੰ ਫਾਈਂਡ ਕਰਨਾ ਹੈ। ਠੀਕ ਹੈ, ਐਂਡ ਤੁਹਾਡਾ ਆਨਸਰ ਹੋ ਸਕਦਾ ਕਿ ਤੁਸੀਂ ਇਹਨੂੰ ਕਮੈਂਟ ਬਾਕਸ 'ਚ ਦੇ ਸਕਦੇ ਹੋ। और कल आप करांगे थोड़े जे टफ लेवल के क्वेश्चंस कि जितों एक्सपैक्टेशन है, आप कोशिश करांगे कि आप इन्हों डायग्राम बेस के क्वेश्चंस भी करिए आप, एंड सैकेंडली कि फ्रीकुएंटली बेस के क्वेश्चंस भी आप रिपीट करांगे। एंड नैक्सट थिंग कि आप होर करांगे कि जो पॉलीगन के संबंध च क्वेश्चंस ने जो थोनों आने के ज़्यादातर संभावना ने। ठीक है, आप हालांकि ये जरूरी नहीं है कि 3 टॉपिक के विचों ने, ਜੇ ਆਪਾਂ ਟੌਪਿਕ ਵਾਈਜ਼ ਗੱਲ ਕਰੀਏ ਤਾਂ ਮੋਡ, ਮੀਡੀਅਨ ਅਤੇ ਆਪਾਂ ਮੀਨ ਦੇ ਕਰ ਲਏ। ਇਸ ਤੋਂ ਇਲਾਵਾ ਫਿਰ ਆਪਾਂ ਨੈਕਸਟ ਜੋ ਟੌਪਿਕ ਕਰਨ ਜਾਵਾਂਗੇ ਇਹਨਾਂ ਦੇ ਵਿੱਚ ਹੀ ਹੋਏਗਾ ਵੈਰੀ ਵੈਰੀ ਇੰਪੋਰਟੈਂਟ ਹੋਏਗਾ ਨੰਬਰ 4 ਤੇ। ਨੰਬਰ 4 ਤੇ ਹੋਏਗਾ ਕਿ ਜਿਹੜਾ ਆਪਾਂ ਨੂੰ ਦਿੱਤਾ ਹੋਏ ਕਰੈਕਟ ਮੀਨ। ਠੀਕ ਹੈ, ਕਰੈਕਟ ਮੀਨ ਵਾਲਾ ਫਾਈਂਡ ਕਰਨਾ ਹੈ। ਨੰਬਰ 5 ਤੇ ਆਪਾਂ ਮੀਨ ਵਾਲਾ ਫਾਈਂਡ ਕਰਨਾ ਹੈ, ਮੀਨ। ਠੀਕ ਹੈ, अपने को डेविएशन वाला होएगा। ठीक है, डेविएशन वाला फाइंड करना है, एंड स्टैंडर्ड डेविएशन वाला भी आप फाइंड करना है। बहुत ही बेसिक जे तरीके, हालांकि देखो ये चीज़ां सीखोगे, प्रैक्टिस करोगे तो आसान लगेगा। हालांकि कोई ज़्यादा टफ भी नहीं है, बट प्रैक्टिस जे मेक्स ए परफेक्ट। उस तो बाद थोनों असीं NCERT बेस्ड क्वेश्चनस अवेलेबल करवा देंगे, तुसीं उन्हां दी प्रैक्टिस कर सकते हो थोड़े एग्जाम से अंदर। ठीक है, जिन्ने भी स्टूडेंट्स प्रिपेयर कर रहे हो, खास तौर पर दसना चाहांगा कि तुसीं साडे द्वारा कीतियां जा रहियां करंट अफेयर दीयां क्लासेस देख सकते हो। इहदे नाल नाल कि एडिशनल स्टैटिक्स दीयां क्लासेस वो देख सकते हो, मैथ दीयां क्लासेस रिवीजन कर सकते हो, सिमिलर मैथ आएगा, बहुत सारे सवाल तुहानूं रिपीट होए मिलणगे पेपर दे विच, और आई होप बहुत मज़ेदार पेपर होएगा। मिलते हैं फिर आपां कल, ध्यान रखो, गुड नाइट, टेक केयर, बाय बाय।